Good morning students. Today we do theory of sampling, second method, sampling method. It is that method in which data is collected about the sample or a group of items taken from the population for examination and conclusions are drawn on their basis. देखो सैंपलिंग मैथड की मैथड है कहते वो मैथड है विच इज़ कलैक्टिड विच डाटा इज़ कलैक्टिड जिहदे विच डाटा कलैक्ट जिहड़ा कीता जांदा अबाउट द सैंपल ਜਾਂ ਤਾਂ ਸੈਂਪਲ ਦੇ ਬਾਰੇ ਡਾਟਾ ਕਲੈਕਟ ਕੀਤਾ ਜਾਂ ਅ ਗਰੁੱਪ ਆਫ ਆਈਟਮਸ ਟੇਕਨ ਫਰੋਮ ਦ ਪਾਪੂਲੇਸ਼ਨ ਜਾਂ ਪੂਰੀ ਪਾਪੂਲੇਸ਼ਨ ਦੇ ਵਿੱਚੋਂ ਇੱਕ ਗਰੁੱਪ ਲਿਆ ਜਾਂਦਾ ਆਈਟਮਸ ਦਾ ਉਸ ਗਰੁੱਪ ਦੇ ਅਕੋਰਡਿੰਗ ਡਾਟਾ ਕਲੈਕਟ ਕੀਤਾ ਜਾਂਦਾ ਡੈਟ ਇਜ਼ ਸੈਂਪਲਿੰਗ ਮੈਥਡ ਕੀ ਮੈਥਡ ਹੈ ਸੈਂਪਲਿੰਗ ਮੈਥਡ ਉਹ ਮੈਥਡ ਹੈ ਜਿਹਦੇ ਵਿੱਚ ਪੂਰੀ ਪਾਪੂਲੇਸ਼ਨ ਦੇ ਵਿੱਚੋਂ ਜਾਂ ਤਾਂ ਗਰੁੱਪ ਲਿਆ ਜਾਊਗਾ ਆਈਟਮਸ ਦਾ ਜਾਂ ਇੱਕ ਸੈਂਪਲ ਚੂਜ਼ ਕੀਤੇ ਜਾਣਗੇ ਉਹਨਾਂ ਸੈਂਪਲਸ ਜਾਂ ਗਰੁੱਪ ਆਫ ਆਈਟਮਸ ਦੇ ਰਿਗਾਰਡਿੰਗ ਡਾਟਾ ਕਲੈਕਟ ਕੀਤਾ ਜਾਊਗਾ ਅਤੇ ਜਦੋਂ ਇਹ ਡਾਟਾ ਕਲੈਕਟ ਕੀਤਾ ਜਾਊਗਾ ਡੈਟ ਇਜ਼ ਨੋਨ ਐਜ਼ ਸੈਂਪਲਿੰਗ ਮੈਥਡ ਅਤੇ ਜੋ ਡਾਟਾ ਕਲੈਕਟ ਕੀਤਾ ਜਾਊਗਾ ਉਹਦੇ ਆਧਾਰ 'ਤੇ ਹੀ ਕਨਕਲੂਜ਼ਨਸ ਡਰਾਨ ਕੀਤੇ ਜਾਣਗੇ ਕਿ ਕੀ ਇਹਦਾ ਸਿੱਟਾ ਨਿਕਲਦਾ ਜੋ ਅਸੀਂ ਇਨਵੈਸਟੀਗੇਸ਼ਨ ਕੀਤੀ ਹੈ। ਦਿਸ ਮੈਥਡ ਇਜ਼ ਵਾਈਡਲੀ ਯੂਜ਼ਡ ਈਵਨ ਇਨ ਆਵਰ ਡੇ ਟੂ ਡੇ ਲਾਈਫ। ਇਹ ਮੈਥਡ ਆਪਣੀ ਡੇਲੀ ਲਾਈਫ ਦੇ ਵਿੱਚ ਵੀ ਯੂਜ਼ ਹੁੰਦਾ ਹੈ। ਫॉर एग्जाम्पल अ लेडी इन द किचन टेस्ट ओनली 2 ऑफ द राइस टू नो वैदर द राइस इज़ बॉइल्ड और नॉट। सिंपल एक ਅਸੀਂ ਇਹਨੂੰ ਡੇਲੀ ਲਾਈਫ ਦੇ ਵਿੱਚ ਵੀ ਯੂਜ਼ ਕਰਦੇ ਹਾਂ। ਦੇਖੋ ਜਿਹਦੇ ਕਿਚਨ ਦੇ ਵਿੱਚ ਇੱਕ ਲੇਡੀ ਨੇ ਕੋਈ ਵੀ ਚੀਜ਼ ਬਣਾਈ ਆ, ਕੋਈ ਵੀ ਵੈਜੀਟੇਬਲ ਬਣਾਈ ਆ, ਕੁਛ ਵੀ ਬਣਾਇਆ, ਕੋਈ ਪਲਸ ਚੈੱਕ ਕਰਨੀ ਆ ਤਾਂ ਉਹਦੇ ਲਈ ਉਹ ਥੋੜ੍ਹੇ ਜਿਹੇ ਅਮਾਊਂਟ ਦੇ ਵਿੱਚ ਕੁਆਂਟਿਟੀ ਲੈ ਕੇ 1 ਸਪੂਨ ਜਾਂ 2 ਰਾਈਸ ਜਿੱਦਾਂ ਲੈ ਕੇ ਉਹਨੂੰ ਟੈਸਟ ਕਰੂ ਅਤੇ ਉਹਦੇ ਅਕੋਰਡਿੰਗ ਹੀ ਚੈੱਕ ਕਰੂ ਕਿ ਰਾਈਸ ਬੋਇਲ ਹੋ ਗਏ ਜਾਂ ਨਮਕ ਵਗੈਰਾ ਠੀਕ ਹੈ ਜਾਂ ਕੁਛ ਘੱਟ ਵੱਧ ਤਾਂ ਨਹੀਂ ਹੈ। ਤਾਂ ਇਹ ਚੀਜ਼ ਦੇ ਲਈ ਆਪਾਂ ਜਸਟ ਲਿਟਲ ਅਮਾਊਂਟ ਲੈ ਕੇ ਹੀ ਚੈੱਕ ਕਰ ਲੈਂਦੇ ਹਾਂ ਕਿ ਜੋ ਅਸੀਂ ਚੀਜ਼ ਬਣਾਈ ਹੈ ਉਹ ਸਹੀ ਹੈ ਜਾਂ ਨਹੀਂ। ਇੱਕ ਛੋਟਾ ਜਿਹਾ ਸੈਂਪਲ ਲੈ ਕੇ ਬਾਏ examining only a few drops of blood a doctor finds out the nature of entire blood in the body। ਦੇਖੋ ਜਦੋਂ ਇੱਕ ਡਾਕਟਰ ਆ ਉਹਨੇ ਬਲੱਡ ਆਪਾਂ ਟੈਸਟ ਕਰਵਾਉਣ ਜਾਂਦੇ ਹਾਂ ਤਾਂ ਉਹ ਆਪਣੀ ਬੋਡੀ ਦੇ ਵਿੱਚੋਂ ਥੋੜ੍ਹੀਆਂ ਜਿਹੀਆਂ ਡਰੋਪਸ ਲੈ ਲੈਂਦਾ ਬਲੱਡ ਦੀਆਂ ਅਤੇ ਉਹਦੇ ਅਕੋਰਡਿੰਗ ਹੀ ਬਲੱਡ ਦੀ ਪੂਰੀ ਇਨਵੈਸਟੀਗੇਸ਼ਨ ਕਰਕੇ ਦੱਸ ਦਿੰਦਾ ਕਿ ਬਲੱਡ ਦਾ ਨੇਚਰ ਕਿੱਦਾਂ ਦਾ। ਠੀਕ ਹੈ। ਸੋ ਇੱਕ ਸੈਂਪਲ ਲੈ ਕੇ ਡਾਕਟਰ ਨੇ ਕੀ ਕੀਤਾ, ਇੱਕ ਸੈਂਪਲ ਲਿਆ ਅਤੇ ਉਹ ਸੈਂਪਲ ਦੇ ਥਰੂ ਚੈਕਿੰਗ ਕਰਨ ਤੋਂ ਬਾਅਦ ਬਲੱਡ ਦੀ ਨੇਚਰ ਦੱਸੀ। ਤਾਂ ਇਸੇ ਤਰੀਕੇ ਨਾਲ ਸੈਂਪਲਿੰਗ ਮੈਥਡ ਕੀ ਹੈ ਕਿ ਜਦੋਂ ਅਸੀਂ ਪੂਰੀ ਪਾਪੂਲੇਸ਼ਨ ਦੇ ਵਿੱਚੋਂ ਕੁਛ ਸੈਂਪਲ ਲੈ ਲੈਂਦੇ ਹਾਂ, ਸੈਂਪਲ ਦੇ ਰਿਗਾਰਡਿੰਗ ਡਾਟਾ ਕਲੈਕਟ ਕਰਦੇ ਹਾਂ ਅਤੇ ਉਹਨਾਂ ਦੇ ਰਿਗਾਰਡਿੰਗ ਹੀ ਕਨਕਲੂਜ਼ਨਸ ਡਰਾਨ ਕਰਦੇ ਹਾਂ ਡੈਟ ਇਜ਼ ਨੋਨ ਐਜ਼ ਸੈਂਪਲਿੰਗ ਮੈਥਡ। ਠੀਕ ਹੈ। ਸੋ ਸੁਟੇਬਿਲਿਟੀ ਕਿੱਥੇ ਹੈ। ਦ ਸਾਈਜ਼ ਆਫ ਪਾਪੂਲੇਸ਼ਨ ਇਜ਼ ਵੈਰੀ ਲਾਰਜ। ਸੈਂਪਲਿੰਗ ਮੈਥਡ ਨੂੰ ਅਸੀਂ ਕਦੋਂ ਅਪਲਾਈ ਕਰਾਂਗੇ ਜਦੋਂ ਪਾਪੂਲੇਸ਼ਨ ਦਾ ਸਾਈਜ਼ ਕੀ ਹੈ ਬਹੁਤ ਜ਼ਿਆਦਾ ਵੱਡਾ ਹੋਵੇ। ਵੈਰੀ ਹਾਈ ਡਿਗਰੀ ਆਫ ਐਕੂਰੇਸੀ ਇਜ਼ ਨਾਟ ਨੀਡਿਡ। ਜਦੋਂ ਅਸੀਂ ਇੱਦਾਂ ਦਾ ਡਾਟਾ ਕਲੈਕਟ ਕਰਨਾ ਹੈ ਜੋ ਇਨਫੋਰਮੇਸ਼ਨ ਕਲੈਕਟ ਕਰਨੀ ਉਹ 'ਚ ਬਹੁਤ ਜ਼ਿਆਦਾ ਐਕੂਰੇਸੀ ਦੀ ਲੋੜ ਨਹੀਂ ਹੈ। ਬਟ ਇਹ ਨਹੀਂ ਕਿ ਐਕੂਰੇਸੀ ਨਹੀਂ ਚਾਹੀਦੀ, ਐਕੂਰੇਸੀ ਚਾਹੀਦੀ ਹੈ ਬਟ ਬਹੁਤ ਜ਼ਿਆਦਾ ਐਕੂਰੇਟ ਨਹੀਂ ਹੋਣਾ ਚਾਹੀਦਾ। ਤਾਂ ਅਸੀਂ ਸੈਂਪਲਿੰਗ ਮੈਥਡ ਨੂੰ ਅਪਲਾਈ ਕਰ ਸਕਦੇ ਹਾਂ। Different items of the universe are broadly similar to each other। ਜਦੋਂ ਯੂਨੀਵਰਸ ਮੀਨਸ ਪਾਪੂਲੇਸ਼ਨ ਦੇ ਵਿੱਚ ਜਿਹੜੀਆਂ ਆਈਟਮਸ ਨੇ ਬਹੁਤ ਜ਼ਿਆਦਾ ਆਈਟਮਸ ਹੈਗੀਆਂ ਨੇ, ਡਿਫਰੈਂਟ ਤਾਂ ਹੈਗੀਆਂ ਨੇ ਬਟ ਜੋ ਡਿਫਰੈਂਟ ਆਈਟਮਸ ਨੇ ਉਹਨਾਂ ਦੀਆਂ ਜੋ ਸਿਮਿਲੈਰਿਟੀਜ਼ ਨੇ ਉਹ ਸੇਮ ਨੇ। ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਸਿਮਿਲਰ ਚੀਜ਼ਾਂ ਪਾਈਆਂ ਜਾਂਦੀਆਂ ਨੇ ਡੈਟ ਇਜ਼ ਕਿ ਅਸੀਂ ਇੱਥੇ ਸੈਂਪਲਿੰਗ ਮੈਥਡ ਨੂੰ ਅਪਲਾਈ ਕਰ ਸਕਦੇ ਹਾਂ। ਨੈਕਸਟ ਮੈਰਿਟਸ। ਫਸਟ ਮੈਰਿਟ ਇਕਨੋਮਿਕਲ ਮੈਥਡ। ਫਸਟ ਮੈਰਿਟ ਕੀ ਹੈ ਇਹ ਇਕਨੋਮਿਕਲ ਮੈਥਡ ਹੈ। ਇਕਨੋਮਿਕਲ ਕਿੱਦਾਂ ਸਾਡੇ ਬਜਟ ਦੇ ਵਿੱਚ ਹੈ ਕਿਉਂਕਿ ਅਸੀਂ ਜੋ ਸੈਂਪਲਿੰਗ ਮੈਥਡ ਦੇ ਥਰੂ ਜਦੋਂ ਡਾਟਾ ਕਲੈਕਟ ਕਰਾਂਗੇ ਤਾਂ ਜਿਹੜਾ ਸਾਨੂੰ ਇਹਦੇ ਨਾਲ ਬਹੁਤ ਘੱਟ ਖਰਚ ਕਰਨਾ ਪਊਗਾ। ਠੀਕ ਹੈ ਕਿਉਂਕਿ ਅਸੀਂ ਥੋੜ੍ਹੇ ਜਿਹੇ ਸੈਂਪਲ ਚੂਜ਼ ਕਰਾਂਗੇ ਅਤੇ ਉਹਨਾਂ ਦੇ ਰਿਗਾਰਡਿੰਗ ਹੀ ਡਾਟਾ ਕਲੈਕਟ ਕਰਾਂਗੇ ਤਾਂ ਇਸ ਕਰਕੇ ਇਹ ਮੈਥਡ ਕੀ ਹੈ ਇਕਨੋਮਿਕਲ ਮੈਥਡ ਹੈ। ਟਾਈਮ ਸੇਵਿੰਗ ਹੈ। ਦੇਖੋ ਜਦੋਂ ਅਸੀਂ ਪੂਰੀ ਪਾਪੂਲੇਸ਼ਨ ਦੇ ਵਿੱਚੋਂ ਕੁਛ ਸੈਂਪਲ ਲੈ ਕੇ ਉਹਨਾਂ ਦੇ ਰਿਗਾਰਡਿੰਗ ਡਾਟਾ ਕਲੈਕਟ ਕੀਤਾ ਤਾਂ ਸਾਡੇ ਟਾਈਮ ਦੀ ਬਚਤ ਵੀ ਹੋਈ। ਅਸੀਂ ਇਕੱਲੇ ਪਰਸਨ ਕੋਲ ਜਾਣ ਦੀ ਬਜਾਏ ਅਸੀਂ ਉਹਦੇ ਵਿੱਚੋਂ ਕੁਝ ਸੈਂਪਲ ਲਏ ਅਤੇ ਉਹਨਾਂ ਦੇ ਰਿਗਾਰਡਿੰਗ ਜਿਵੇਂ 3 ਆਈਟਮਸ ਦੇ ਰਿਗਾਰਡਿੰਗ ਡਾਟਾ ਕਲੈਕਟ ਕਰ ਲਿਆ ਅਤੇ ਇਹਦੇ ਨਾਲ ਇੱਕ ਤਾਂ ਖਰਚਾ ਘੱਟ ਹੋਇਆ ਅਤੇ ਦੂਸਰਾ ਇਹ ਟਾਈਮ ਸੇਵਿੰਗ ਵੀ ਹੋਇਆ। ਅਤੇ ਤੀਸਰਾ
ਐਕੂਰੇਟ ਡਾਟਾ ਵੀ ਮਿਲੂਗਾ। ਐਕੂਰੇਟ ਮੀਨ ਸਾਨੂੰ ਸ਼ੁੱਧ ਡਾਟਾ ਮਿਲੂਗਾ ਜਦੋਂ ਅਸੀਂ ਜੋ ਇਹਨਾਂ ਦੇ ਰਿਗਾਰਡਿੰਗ, ਕਿਉਂਕਿ ਜੋ ਪਰਸਨ ਨੇ ਇਕੱਲੇ ਤੋਂ ਅਸੀਂ ਜਦੋਂ ਪਰਸਨਲੀ ਪੁੱਛਾਂਗੇ 3 ਸੈਂਪਲ ਲੈ ਕੇ ਉਹਨਾਂ ਦੇ, ਕਿਉਂਕਿ ਇੱਕ ਤਾਂ ਉਹ 3 ਸੈਂਪਲ ਲਏ ਨੇ, ਉਹਨਾਂ ਨੂੰ ਚੂਜ਼ ਕੀਤਾ ਤਾਂ ਉਹਨਾਂ 'ਚ ਕਾਫੀ ਜ਼ਿਆਦਾ ਕਰੈਕਟਰਿਸਟਿਕਸ ਹੋਣਗੇ, ਕਾਫੀ ਜ਼ਿਆਦਾ ਫੀਚਰਸ ਹੋਣਗੀਆਂ ਅਤੇ ਉਹ ਪਰਸਨ ਸਾਨੂੰ ਸਹੀ ਇਨਫੋਰਮੇਸ਼ਨ ਵੀ ਦੇਣਗੇ ਅਤੇ ਇਸ ਕਰਕੇ ਜਿਹੜਾ ਡਾਟਾ ਹੋਊਗਾ ਉਹ ਐਕੂਰੇਟ ਵੀ ਹੋਊਗਾ। ਨੈਕਸਟ ਡਿਟੇਲਡ ਇਨਕੁਆਇਰੀ ਵੀ ਹੋਊਗੀ। ਡਿਟੇਲਡ ਇਨਕੁਆਇਰੀ ਕਿਉਂ ਹੋਊਗੀ? ਕਿਉਂਕਿ ਜਦੋਂ ਆਪਣੇ ਕੋਲ ਸੈਂਪਲ ਥੋੜ੍ਹੇ ਨੇ, ਘੱਟ ਸੈਂਪਲ ਦੇ ਲਈ ਅਸੀਂ ਇਨਵੈਸਟੀਗੇਸ਼ਨ ਵੀ ਲੌਂਗ ਕਰ ਸਕਦੇ ਹਾਂ, ਮੀਨਸ ਕਾਫੀ ਜ਼ਿਆਦਾ ਅਸੀਂ ਇਨਵੈਸਟੀਗੇਸ਼ਨ ਕਰ ਸਕਦੇ ਹਾਂ ਡੀਪਲੀ, ਇਸ ਕਰਕੇ ਡਿਟੇਲਡ ਇਨਕੁਆਇਰੀ ਵੀ ਹੋ ਸਕਦੀ ਹੈ। ਐਡਮਿਨਿਸਟ੍ਰੇਟਿਵ ਕਨਵੀਨੀਅੰਸ, ਪ੍ਰਸ਼ਾਸਨਿਕ ਸੁਵਿਧਾ ਵੀ ਮਿਲੂਗੀ, ਮੀਨਸ ਜਦੋਂ ਸਾਨੂੰ ਅਸੀਂ ਇੱਕ ਇਨਵੈਸਟੀਗੇਟਰ ਨੇ ਸੈਂਪਲਿੰਗ ਮੈਥਡ ਦੇ ਥਰੂ ਡਾਟਾ ਕਲੈਕਟ ਕਰਨਾ ਤਾਂ ਉਹਦੇ ਨਾਲ ਉਹਦੀ ਟਾਈਮ ਸੇਵਿੰਗ ਹੋਣੀ ਹੈ ਅਤੇ ਇਕਨੋਮਿਕਲ ਵੀ ਹੈ, ਤਾਂ ਇਸ ਕਰਕੇ ਜੋ ਪ੍ਰਸ਼ਾਸਨ ਹੈ ਉਹਨੂੰ ਫੈਸਿਲਿਟੀਜ਼ ਪ੍ਰੋਵਾਈਡ ਕਰੂਗਾ ਕਿ ਤੁਸੀਂ ਇਸ ਮੈਥਡ ਦੇ ਨਾਲ ਜੇ ਇਨਫੋਰਮੇਸ਼ਨ ਕਲੈਕਟ ਕਰਦੇ ਆ ਤਾਂ ਅਸੀਂ ਤੁਹਾਨੂੰ ਆਹ ਫੈਸਿਲਿਟੀ ਪ੍ਰੋਵਾਈਡ ਕਰਦੇ ਹਾਂ, ਤੁਹਾਨੂੰ ਇਹ ਫੈਸਿਲਿਟੀ ਪ੍ਰੋਵਾਈਡ ਕਰਦੇ ਹਾਂ, ਠੀਕ ਹੈ। ਨੈਕਸਟ, ਜਦੋਂ ਅਸੀਂ ਸਾਰੇ ਸੈਂਪਲਿੰਗ ਮੈਥਡ ਹੈ, ਜੋ ਸੈਂਪਲ ਅਸੀਂ ਚੂਜ਼ ਕਰਨਾ ਹੈ ਉਹ ਇੱਕ ਸਾਇੰਟੀਫਿਕ ਵੇ ਦੇ ਨਾਲ ਚੂਜ਼ ਹੁੰਦਾ ਹੈ। ਸੈਂਪਲ ਨੂੰ ਚੂਜ਼ ਕਰਨਾ ਵੀ ਇੱਕ ਸਾਇੰਟੀਫਿਕ ਮੈਥਡ ਹੀ ਹੈ, ਇਸ ਕਰਕੇ ਇਹਨੂੰ ਮੋਰ ਸਾਇੰਟੀਫਿਕ ਵੀ ਕਿਹਾ ਜਾਂਦਾ ਹੈ, ਕਿਉਂਕਿ ਇੱਕ ਟੈਕਨੀਕ ਦੇ ਨਾਲ ਸੈਂਪਲ ਚੂਜ਼ ਕੀਤਾ ਜਾਂਦਾ। ਸਾਨੂੰ ਦੇਖਣਾ ਪੈਂਦਾ ਕਿ ਉਹ ਜੋ ਸੈਂਪਲ ਹੈ ਉਹ ਪੂਰੇ ਯੂਨੀਵਰਸ ਦੀਆਂ ਕਰੈਕਟਰਿਸਟਿਕਸ ਨੂੰ ਕੰਪਲੀਟ ਕਰਦਾ ਪਿਆ ਜਾਂ ਨਹੀਂ ਕਰਦਾ ਪਿਆ, ਠੀਕ ਹੈ। ਹਾਂਜੀ, ਨੈਕਸਟ ਡੀਮੈਰਿਟਸ। ਫਸਟ ਡੀਮੈਰਿਟ ਇਜ਼ ਪਾਰਸ਼ੀਅਲ। ਸੈਂਪਲਿੰਗ ਮੈਥਡ ਕੀ ਹੈ, ਉਹ 'ਚ ਪਾਰਸ਼ੀਅਲਿਟੀ ਪਾਈ ਜਾਂਦੀ ਹੈ ਕਿ ਜਦੋਂ ਇੱਕ ਇਨਵੈਸਟੀਗੇਟਰ ਹੈ ਉਹ ਪਾਰਸ਼ੀਅਲ ਕਿਵੇਂ ਪਾਈ ਜਾਂਦੀ ਹੈ ਪਾਰਸ਼ੀਅਲਿਟੀ, ਕਿ ਜੀ ਇੱਕ ਇਨਵੈਸਟੀਗੇਟਰ ਹੈ ਜਦੋਂ ਉਹਨੇ ਸੈਂਪਲ ਚੂਜ਼ ਕਰਨੇ ਆ ਤਾਂ ਉਹ ਉਸ ਟਾਈਮ 'ਤੇ ਪਾਰਸ਼ੀਅਲਿਟੀ ਯੂਜ਼ ਕਰ ਸਕਦਾ, ਮੀਨਸ ਆਪਣੇ ਨੋਨ ਨੂੰ ਐਜ਼ ਅ ਸੈਂਪਲ ਸਿਲੈਕਟ ਕਰਕੇ ਉਹਦੇ ਤੋਂ ਸਾਰੀ ਇਨਫੋਰਮੇਸ਼ਨ ਕਲੈਕਟ ਕਰ ਲਏ ਤਾਂ ਕਿ ਉਹਦਾ ਕੰਮ ਫਟਾਫਟ ਹੋ ਜਾਵੇ, ਉਹਦੀ ਇਨਫੋਰਮੇਸ਼ਨ ਜਲਦੀ ਕਲੈਕਟ ਹੋ ਜਾਵੇ, ਤਾਂ ਉਹਦੇ ਕਰਕੇ ਉਹ ਪਾਰਸ਼ੀਅਲਿਟੀ ਯੂਜ਼ ਕਰ ਸਕਦਾ। ਅਤੇ ਜੇ ਸੈਕਿੰਡ ਕੀ ਹੈ, ਰੋਂਗ ਕਨਕਲੂਜਨ। ਜੇ ਉਹ ਪਾਰਸ਼ੀਅਲਿਟੀ ਕਰੂਗਾ, ਪਾਰਸ਼ੀਅਲ ਹੋਊਗਾ ਤਾਂ ਉੱਥੇ ਕਨਕਲੂਜਨਸ ਵੀ ਰੋਂਗ ਹੀ ਡਰਾਉਣ ਹੋਣਗੇ, ਤਾਂ ਰੋਂਗ ਕਨਕਲੂਜਨਸ ਹੀ ਨਿਕਲਣਗੇ। ਥਰਡ, ਡਿਫਿਕਲਟੀ ਇਨ ਸਿਲੈਕਟਿੰਗ ਰਿਪਰੈਜ਼ੈਂਟੇਟਿਵ ਸੈਂਪਲ। ਦੇਖੋ, ਇੱਕ ਸੈਂਪਲ ਨੂੰ ਚੂਜ਼ ਕਰਨ ਦੇ ਵਿੱਚ ਵੀ ਪ੍ਰੋਬਲਮ ਆਉਂਦੀ ਹੈ ਕਿ ਅਸੀਂ ਕਿਸ ਤੋਂ ਸੈਂਪਲ ਸਿਲੈਕਟ ਕਰੀਏ, ਐਜ਼ ਅ ਸੈਂਪਲ ਸਿਲੈਕਟ ਕਰੀਏ ਤਾਂ ਕਿ ਉਹ ਸਾਰਿਆਂ ਨੂੰ ਰਿਪਰੈਜ਼ੈਂਟ ਕਰਦਾ ਹੋਵੇ, ਸਾਰੀ ਪਾਪੂਲੇਸ਼ਨ ਯੂਨੀਵਰਸ ਦੀਆਂ ਕੁਆਲਿਟੀਜ਼ ਜਾਂ ਜੋ ਫੀਚਰਸ ਨੇ ਉਹਨਾਂ ਨੂੰ ਰਿਪਰੈਜ਼ੈਂਟ ਕਰਦਾ ਹੋਵੇ, ਤਾਂ ਉਸ ਟਾਈਮ 'ਤੇ ਵੀ ਡਿਫਿਕਲਟੀ ਆਉਂਦੀ ਹੈ ਸਾਨੂੰ ਸਿਲੈਕਟ ਕਰਨ ਦੀ। ਕਈ ਵਾਰ ਗਲਤ ਸੈਂਪਲ ਚੂਜ਼ ਹੋ ਜਾਂਦਾ, ਜਿਹੜੀ ਕਿ ਇਹਦੀ ਇੱਕ ਡੀਮੈਰਿਟ ਹੈ, ਕਿਉਂਕਿ ਜੇ ਗਲਤ ਸੈਂਪਲ ਚੂਜ਼ ਹੋਊਗਾ ਤਾਂ ਇਨਫੋਰਮੇਸ਼ਨ ਵੀ ਗਲਤ ਹੀ ਕਲੈਕਟ ਹੋਊਗੀ। ਨੈਕਸਟ, ਡਿਫਿਕਲਟੀ ਇਨ ਫਰੇਮਿੰਗ ਅ ਸੈਂਪਲ। ਨੈਕਸਟ, ਸਾਨੂੰ ਸੈਂਪਲ ਫਰੇਮ ਕਰਨ ਦੇ ਵਿੱਚ ਵੀ ਪ੍ਰੋਬਲਮ ਹੈ ਕਿ ਇੱਕ ਜਦੋਂ ਸੈਂਪਲ ਅਸੀਂ ਚੂਜ਼ ਕਰ ਲਿਆ ਤਾਂ ਉਹਦੇ ਤੋਂ ਕੀ ਕੁਐਸਚਨਸ ਪੁੱਟ ਕਰਨੇ ਆ, ਕਿੱਦਾਂ ਦੇ ਕੁਐਸਚਨਸ ਪੁੱਟ ਕਰਨੇ ਆ, ਕਿੱਦਾਂ ਦੇ ਪੁੱਛਾਂਗੇ ਤਾਂ ਕਿ ਉਹਨਾਂ ਦੀ ਕੋਈ ਵੀ ਫੀਲਿੰਗ ਨੂੰ ਹਰਟ ਨਾ ਹੋਵੇ, ਇੱਦਾਂ ਦੇ ਕੁਐਸਚਨਸ ਪੁੱਟ ਕਰਨੇ, ਤਾਂ ਉਹਦੇ ਵਿੱਚ ਵੀ ਪ੍ਰੋਬਲਮ ਆਉਂਦੀ ਹੈ। ਫਿਫਥ, ਸਪੈਸ਼ਲਾਈਜ਼ਡ ਨੌਲੇਜ। ਸੈਂਪਲ ਇੱਦਾਂ ਦਾ ਚੂਜ਼ ਕਰਨਾ ਜਿਹਨੂੰ ਬਹੁਤ ਜ਼ਿਆਦਾ ਨੌਲੇਜ ਹੋਵੇ, ਅਲੱਗ-ਅਲੱਗ ਲੈਂਗੁਏਜਿਸ ਦੀ ਨੌਲੇਜ ਹੋਵੇ, ਕਲਚਰ ਦੀ ਨੌਲੇਜ ਹੋਵੇ, ਜੋ ਜਰਨਲ ਨੌਲੇਜ ਆ, ਜੋ ਆਪਣੇ ਜਿਸ ਏਰੀਏ ਦੇ ਵਿੱਚ ਰਹਿੰਦਾ ਜਾਂ ਉਹਨੂੰ ਆਪਣੇ ਆਲੇ ਦੁਆਲੇ ਬਾਰੇ ਸਾਰਾ ਪਤਾ ਹੋਵੇ। ਇਸ ਕਰਕੇ ਜੋ ਸੈਂਪਲ ਆ ਉਹ ਸਪੈਸ਼ਲਾਈਜ਼ਡ ਨੌਲੇਜ ਵਾਲਾ ਹੋਣਾ ਚਾਹੀਦਾ। ਅਤੇ ਨੈਕਸਟ, ਡਿਫਰੈਂਟ ਆਈਟਮਸ ਹੋਣੀਆਂ ਚਾਹੀਦੀਆਂ ਨੇ। ਜਦੋਂ ਡਿਫਰੈਂਟ ਆਈਟਮਸ ਹੋਣਗੀਆਂ ਤਾਂ ਉਸ ਟਾਈਮ 'ਤੇ ਅਸੀਂ ਸੈਂਪਲਿੰਗ ਮੈਥਡ ਨੂੰ ਅਪਲਾਈ ਨਹੀਂ ਕਰ ਸਕਦੇ। ਜਦੋਂ ਬਹੁਤ ਜ਼ਿਆਦਾ ਡਿਫਰੈਂਟ ਫੀਚਰਸ ਪਾਈਆਂ ਜਾਣਗੀਆਂ, ਬਹੁਤ ਜ਼ਿਆਦਾ ਡਿਫਰੈਂਟ ਫੀਚਰਸ ਨੇ, ਤਾਂ ਸਾਨੂੰ ਸੈਂਪਲ ਵੀ ਉਨੇ ਹੀ ਵੱਧ ਚੂਜ਼ ਕਰਨੇ ਪੈਣੇ ਨੇ। ਉਨੇ ਵੱਧ ਸੈਂਪਲ ਚੂਜ਼ ਕਰਾਂਗੇ ਤਾਂ ਸਾਡੀ ਇਨਵੈਸਟੀਗੇਸ਼ਨ ਵੀ ਲਾਰਜ ਹੋਈ ਜਾਊਗੀ। ਇਸ ਕਰਕੇ ਜਦੋਂ ਬਹੁਤ ਜ਼ਿਆਦਾ ਡਿਫਰੈਂਟ ਆਈਟਮਸ ਨੇ ਤਾਂ ਅਸੀਂ ਸੈਂਪਲਿੰਗ ਮੈਥਡ ਨੂੰ ਚੂਜ਼ ਕਰਨ ਨੂੰ ਅਵੋਇਡ ਕਰਾਂਗੇ। ਓਕੇ। ਹਾਂਜੀ, ਨੈਕਸਟ ਡੀਮੈਰਿਟਸ। ਫਸਟ ਡੀਮੈਰਿਟ ਇਜ਼ ਪਾਰਸ਼ੀਅਲ। ਸੈਂਪਲਿੰਗ ਮੈਥਡ ਕੀ ਹੈ, ਉਹ 'ਚ ਪਾਰਸ਼ੀਅਲਿਟੀ ਪਾਈ ਜਾਂਦੀ ਹੈ ਕਿ ਜਦੋਂ ਇੱਕ ਇਨਵੈਸਟੀਗੇਟਰ ਹੈ ਉਹ ਪਾਰਸ਼ੀਅਲ ਕਿਵੇਂ ਪਾਈ ਜਾਂਦੀ ਹੈ ਪਾਰਸ਼ੀਅਲਿਟੀ, ਕਿ ਜੀ ਇੱਕ ਇਨਵੈਸਟੀਗੇਟਰ ਹੈ ਜਦੋਂ ਉਹਨੇ ਸੈਂਪਲ ਚੂਜ਼ ਕਰਨੇ ਆ ਤਾਂ ਉਹ ਉਸ ਟਾਈਮ 'ਤੇ ਪਾਰਸ਼ੀਅਲਿਟੀ ਯੂਜ਼ ਕਰ ਸਕਦਾ, ਮੀਨਸ ਆਪਣੇ ਨੋਨ ਨੂੰ ਐਜ਼ ਅ ਸੈਂਪਲ ਸਿਲੈਕਟ ਕਰਕੇ ਉਹਦੇ ਤੋਂ ਸਾਰੀ ਇਨਫੋਰਮੇਸ਼ਨ ਕਲੈਕਟ ਕਰ ਲਏ ਤਾਂ ਕਿ ਉਹਦਾ ਕੰਮ ਫਟਾਫਟ ਹੋ ਜਾਵੇ, ਉਹਦੀ ਇਨਫੋਰਮੇਸ਼ਨ ਜਲਦੀ ਕਲੈਕਟ ਹੋ ਜਾਵੇ, ਤਾਂ ਉਹਦੇ ਕਰਕੇ ਉਹ ਪਾਰਸ਼ੀਅਲਿਟੀ ਯੂਜ਼ ਕਰ ਸਕਦਾ। ਅਤੇ ਜੇ ਸੈਕਿੰਡ ਕੀ ਹੈ, ਰੋਂਗ ਕਨਕਲੂਜਨ। ਜੇ ਉਹ ਪਾਰਸ਼ੀਅਲਿਟੀ ਕਰੂਗਾ, ਪਾਰਸ਼ੀਅਲ ਹੋਊਗਾ ਤਾਂ ਉੱਥੇ ਕਨਕਲੂਜਨਸ ਵੀ ਰੋਂਗ ਹੀ ਡਰਾਉਣ ਹੋਣਗੇ, ਤਾਂ ਰੋਂਗ ਕਨਕਲੂਜਨਸ ਹੀ ਨਿਕਲਣਗੇ। ਥਰਡ, ਡਿਫਿਕਲਟੀ ਇਨ ਸਿਲੈਕਟਿੰਗ ਰਿਪਰੈਜ਼ੈਂਟੇਟਿਵ ਸੈਂਪਲ। ਦੇਖੋ, ਇੱਕ ਸੈਂਪਲ ਨੂੰ ਚੂਜ਼ ਕਰਨ ਦੇ ਵਿੱਚ ਵੀ ਪ੍ਰੋਬਲਮ ਆਉਂਦੀ ਹੈ ਕਿ ਅਸੀਂ ਕਿਸ ਤੋਂ ਸੈਂਪਲ ਸਿਲੈਕਟ ਕਰੀਏ, ਐਜ਼ ਅ ਸੈਂਪਲ ਸਿਲੈਕਟ ਕਰੀਏ ਤਾਂ ਕਿ ਉਹ ਸਾਰਿਆਂ ਨੂੰ ਰਿਪਰੈਜ਼ੈਂਟ ਕਰਦਾ ਹੋਵੇ, ਸਾਰੀ ਪਾਪੂਲੇਸ਼ਨ ਯੂਨੀਵਰਸ ਦੀਆਂ
ਕੁਆਲਿਟੀਜ਼ ਜਾਂ ਜੋ ਫੀਚਰਸ ਨੇ ਉਹਨਾਂ ਨੂੰ ਰਿਪਰੈਜ਼ੈਂਟ ਕਰਦਾ ਹੋਵੇ ਤਾਂ ਉਸ ਟਾਈਮ 'ਤੇ ਵੀ ਡਿਫਿਕਲਟੀ ਆਉਂਦੀ ਹੈ ਸਾਨੂੰ ਸਿਲੈਕਟ ਕਰਨ ਦੀ। ਕਈ ਵਾਰ ਗਲਤ ਸੈਂਪਲ ਚੂਜ਼ ਹੋ ਜਾਂਦਾ ਜਿਹੜੀ ਕਿ ਇਹਦੀ ਇੱਕ ਡੀਮੈਰਿਟ ਹੈ, ਕਿਉਂਕਿ ਜੇ ਗਲਤ ਸੈਂਪਲ ਚੂਜ਼ ਹੋਊਗਾ ਤਾਂ ਇਨਫੋਰਮੇਸ਼ਨ ਵੀ ਗਲਤ ਹੀ ਕਲੈਕਟ ਹੋਊਗੀ। ਨੈਕਸਟ ਡਿਫਿਕਲਟੀ ਇਨ ਫਰੇਮਿੰਗ ਅ ਸੈਂਪਲ। ਨੈਕਸਟ ਸਾਨੂੰ ਸੈਂਪਲ ਫਰੇਮ ਕਰਨ ਦੇ ਵਿੱਚ ਵੀ ਪ੍ਰੋਬਲਮ ਹੈ ਕਿ ਇੱਕ ਜਦੋਂ ਸੈਂਪਲ ਅਸੀਂ ਚੂਜ਼ ਕਰ ਲਿਆ ਤਾਂ ਉਹਦੇ ਤੋਂ ਕੀ ਕੁਐਸਚਨਸ ਪੁੱਟ ਕਰਨੇ ਆ, ਕਿੱਦਾਂ ਦੇ ਕੁਐਸਚਨਸ ਪੁੱਟ ਕਰਨੇ ਆ, ਕਿੱਦਾਂ ਦੇ ਪੁੱਛਾਂਗੇ ਤਾਂ ਕਿ ਉਹਨਾਂ ਦੀ ਕੋਈ ਵੀ ਫੀਲਿੰਗ ਨੂੰ ਹਰਟ ਨਾ ਹੋਵੇ, ਇੱਦਾਂ ਦੇ ਕੁਐਸਚਨਸ ਪੁੱਟ ਕਰਨੇ ਤਾਂ ਉਹਦੇ ਵਿੱਚ ਵੀ ਪ੍ਰੋਬਲਮ ਆਉਂਦੀ ਹੈ। ਫਿਫਥ ਸਪੈਸ਼ਲਾਈਜ਼ਡ ਨੌਲੇਜ। ਸੈਂਪਲ ਇੱਦਾਂ ਦਾ ਚੂਜ਼ ਕਰਨਾ ਜਿਹਨੂੰ ਬਹੁਤ ਜ਼ਿਆਦਾ ਨੌਲੇਜ ਹੋਵੇ, ਅਲੱਗ-ਅਲੱਗ ਲੈਂਗੁਏਜਿਸ ਦੀ ਨੌਲੇਜ ਹੋਵੇ, ਕਲਚਰ ਦੀ ਨੌਲੇਜ ਹੋਵੇ, ਜੋ ਜਰਨਲ ਨੌਲੇਜ ਆ, ਜੋ ਆਪਣੇ ਜਿਸ ਏਰੀਏ ਦੇ ਵਿੱਚ ਰਹਿੰਦਾ ਜਾਂ ਉਹਨੂੰ ਆਪਣੇ ਆਲੇ ਦੁਆਲੇ ਬਾਰੇ ਸਾਰਾ ਪਤਾ ਹੋਵੇ। ਇਸ ਕਰਕੇ ਜੋ ਸੈਂਪਲ ਆ ਉਹ ਸਪੈਸ਼ਲਾਈਜ਼ਡ ਨੌਲੇਜ ਵਾਲਾ ਹੋਣਾ ਚਾਹੀਦਾ। ਅਤੇ ਨੈਕਸਟ ਡਿਫਰੈਂਟ ਆਈਟਮਸ ਹੋਣੀਆਂ ਚਾਹੀਦੀਆਂ ਨੇ। ਜਦੋਂ ਡਿਫਰੈਂਟ ਆਈਟਮਸ ਹੋਣਗੀਆਂ ਤਾਂ ਉਸ ਟਾਈਮ 'ਤੇ ਅਸੀਂ ਸੈਂਪਲਿੰਗ ਮੈਥਡ ਨੂੰ ਅਪਲਾਈ ਨਹੀਂ ਕਰ ਸਕਦੇ। ਜਦੋਂ ਬਹੁਤ ਜ਼ਿਆਦਾ ਡਿਫਰੈਂਟ ਫੀਚਰਸ ਪਾਈਆਂ ਜਾਣਗੀਆਂ, ਬਹੁਤ ਜ਼ਿਆਦਾ ਡਿਫਰੈਂਟ ਫੀਚਰਸ ਨੇ ਤਾਂ ਸਾਨੂੰ ਸੈਂਪਲ ਵੀ ਉਨੇ ਹੀ ਵੱਧ ਚੂਜ਼ ਕਰਨੇ ਪੈਣੇ ਨੇ। ਉਨੇ ਵੱਧ ਸੈਂਪਲ ਚੂਜ਼ ਕਰਾਂਗੇ ਤਾਂ ਸਾਡੀ ਇਨਵੈਸਟੀਗੇਸ਼ਨ ਵੀ ਲਾਰਜ ਹੋਈ ਜਾਊਗੀ। ਇਸ ਕਰਕੇ ਜਦੋਂ ਬਹੁਤ ਜ਼ਿਆਦਾ ਡਿਫਰੈਂਟ ਆਈਟਮਸ ਨੇ ਤਾਂ ਅਸੀਂ ਸੈਂਪਲਿੰਗ ਮੈਥਡ ਨੂੰ ਚੂਜ਼ ਕਰਨ ਨੂੰ ਅਵੋਇਡ ਕਰਾਂਗੇ। ਓਕੇ, ਹਾਂਜੀ। ਨੈਕਸਟ ਡੀਮੈਰਿਟਸ। ਫਸਟ ਡੀਮੈਰਿਟ ਇਜ਼ ਪਾਰਸ਼ੀਅਲ। ਸੈਂਪਲਿੰਗ ਮੈਥਡ ਕੀ ਹੈ, ਉਹ 'ਚ ਪਾਰਸ਼ੀਅਲਿਟੀ ਪਾਈ ਜਾਂਦੀ ਹੈ ਕਿ ਜਦੋਂ ਇੱਕ ਇਨਵੈਸਟੀਗੇਟਰ ਹੈ ਉਹ ਪਾਰਸ਼ੀਅਲ ਕਿਵੇਂ ਪਾਈ ਜਾਂਦੀ ਹੈ ਪਾਰਸ਼ੀਅਲਿਟੀ ਕਿ ਜੀ ਇੱਕ ਇਨਵੈਸਟੀਗੇਟਰ ਹੈ ਜਦੋਂ ਉਹਨੇ ਸੈਂਪਲ ਚੂਜ਼ ਕਰਨੇ ਆ ਤਾਂ ਉਹ ਉਸ ਟਾਈਮ 'ਤੇ ਪਾਰਸ਼ੀਅਲਿਟੀ ਯੂਜ਼ ਕਰ ਸਕਦਾ। ਮੀਨਸ ਆਪਣੇ ਨੋਨ ਨੂੰ ਐਜ਼ ਅ ਸੈਂਪਲ ਸਿਲੈਕਟ ਕਰਕੇ ਉਹਦੇ ਤੋਂ ਸਾਰੀ ਇਨਫੋਰਮੇਸ਼ਨ ਕਲੈਕਟ ਕਰ ਲਏ ਤਾਂ ਕਿ ਉਹਦਾ ਕੰਮ ਫਟਾਫਟ ਹੋ ਜਾਵੇ, ਉਹਦੀ ਇਨਫੋਰਮੇਸ਼ਨ ਜਲਦੀ ਕਲੈਕਟ ਹੋ ਜਾਵੇ, ਤਾਂ ਉਹਦੇ ਕਰਕੇ ਉਹ ਪਾਰਸ਼ੀਅਲਿਟੀ ਯੂਜ਼ ਕਰ ਸਕਦਾ। ਅਤੇ ਜੇ ਸੈਕਿੰਡ ਕੀ ਹੈ, ਰੋਂਗ ਕਨਕਲੂਜਨ। ਜੇ ਉਹ ਪਾਰਸ਼ੀਅਲਿਟੀ ਕਰੂਗਾ, ਪਾਰਸ਼ੀਅਲ ਹੋਊਗਾ ਤਾਂ ਉੱਥੇ ਕਨਕਲੂਜਨਸ ਵੀ ਰੋਂਗ ਹੀ ਡਰਾਉਣ ਹੋਣਗੇ, ਤਾਂ ਰੋਂਗ ਕਨਕਲੂਜਨਸ ਹੀ ਨਿਕਲਣਗੇ। ਥਰਡ ਡਿਫਿਕਲਟੀ ਇਨ ਸਿਲੈਕਟਿੰਗ ਰਿਪਰੈਜ਼ੈਂਟੇਟਿਵ ਸੈਂਪਲ। ਦੇਖੋ, ਇੱਕ ਸੈਂਪਲ ਨੂੰ ਚੂਜ਼ ਕਰਨ ਦੇ ਵਿੱਚ ਵੀ ਪ੍ਰੋਬਲਮ ਆਉਂਦੀ ਹੈ ਕਿ ਅਸੀਂ ਕਿਸ ਤੋਂ ਸੈਂਪਲ ਸਿਲੈਕਟ ਕਰੀਏ, ਐਜ਼ ਅ ਸੈਂਪਲ ਸਿਲੈਕਟ ਕਰੀਏ ਤਾਂ ਕਿ ਉਹ ਸਾਰਿਆਂ ਨੂੰ ਰਿਪਰੈਜ਼ੈਂਟ ਕਰਦਾ ਹੋਵੇ, ਸਾਰੀ ਪਾਪੂਲੇਸ਼ਨ ਯੂਨੀਵਰਸ ਦੀਆਂ ਕੁਆਲਿਟੀਜ਼ ਜਾਂ ਜੋ ਫੀਚਰਸ ਨੇ ਉਹਨਾਂ ਨੂੰ ਰਿਪਰੈਜ਼ੈਂਟ ਕਰਦਾ ਹੋਵੇ। ਤਾਂ ਉਸ ਟਾਈਮ 'ਤੇ ਵੀ ਡਿਫਿਕਲਟੀ ਆਉਂਦੀ ਹੈ ਸਾਨੂੰ ਸਿਲੈਕਟ ਕਰਨ ਦੀ। ਕਈ ਵਾਰ ਗਲਤ ਸੈਂਪਲ ਚੂਜ਼ ਹੋ ਜਾਂਦਾ ਜਿਹੜੀ ਕਿ ਇਹਦੀ ਇੱਕ ਡੀਮੈਰਿਟ ਹੈ, ਕਿਉਂਕਿ ਜੇ ਗਲਤ ਸੈਂਪਲ ਚੂਜ਼ ਹੋਊਗਾ ਤਾਂ ਇਨਫੋਰਮੇਸ਼ਨ ਵੀ ਗਲਤ ਹੀ ਕਲੈਕਟ ਹੋਊਗੀ। ਨੈਕਸਟ ਡਿਫਿਕਲਟੀ ਇਨ ਫਰੇਮਿੰਗ ਅ ਸੈਂਪਲ। ਨੈਕਸਟ ਸਾਨੂੰ ਸੈਂਪਲ ਫਰੇਮ ਕਰਨ ਦੇ ਵਿੱਚ ਵੀ ਪ੍ਰੋਬਲਮ ਹੈ ਕਿ ਇੱਕ ਜਦੋਂ ਸੈਂਪਲ ਅਸੀਂ ਚੂਜ਼ ਕਰ ਲਿਆ ਤਾਂ ਉਹਦੇ ਤੋਂ ਕੀ ਕੁਐਸਚਨਸ ਪੁੱਟ ਕਰਨੇ ਆ, ਕਿੱਦਾਂ ਦੇ ਕੁਐਸਚਨਸ ਪੁੱਟ ਕਰਨੇ ਆ, ਕਿੱਦਾਂ ਦੇ ਪੁੱਛਾਂਗੇ ਤਾਂ ਕਿ ਉਹਨਾਂ ਦੀ ਕੋਈ ਵੀ ਫੀਲਿੰਗ ਨੂੰ ਹਰਟ ਨਾ ਹੋਵੇ, ਇੱਦਾਂ ਦੇ ਕੁਐਸਚਨਸ ਪੁੱਟ ਕਰਨੇ ਤਾਂ ਉਹਦੇ ਵਿੱਚ ਵੀ ਪ੍ਰੋਬਲਮ ਆਉਂਦੀ ਹੈ। ਫਿਫਥ ਸਪੈਸ਼ਲਾਈਜ਼ਡ ਨੌਲੇਜ। ਸੈਂਪਲ ਇੱਦਾਂ ਦਾ ਚੂਜ਼ ਕਰਨਾ ਜਿਹਨੂੰ ਬਹੁਤ ਜ਼ਿਆਦਾ ਨੌਲੇਜ ਹੋਵੇ, ਅਲੱਗ-ਅਲੱਗ ਲੈਂਗੁਏਜਿਸ ਦੀ ਨੌਲੇਜ ਹੋਵੇ, ਕਲਚਰ ਦੀ ਨੌਲੇਜ ਹੋਵੇ, ਜੋ ਜਰਨਲ ਨੌਲੇਜ ਆ, ਜੋ ਆਪਣੇ ਜਿਸ ਏਰੀਏ ਦੇ ਵਿੱਚ ਰਹਿੰਦਾ ਜਾਂ ਉਹਨੂੰ ਆਪਣੇ ਆਲੇ ਦੁਆਲੇ ਬਾਰੇ ਸਾਰਾ ਪਤਾ ਹੋਵੇ। ਇਸ ਕਰਕੇ ਜੋ ਸੈਂਪਲ ਆ ਉਹ ਸਪੈਸ਼ਲਾਈਜ਼ਡ ਨੌਲੇਜ ਵਾਲਾ ਹੋਣਾ ਚਾਹੀਦਾ। ਅਤੇ ਨੈਕਸਟ ਡਿਫਰੈਂਟ ਆਈਟਮਸ ਹੋਣੀਆਂ ਚਾਹੀਦੀਆਂ ਨੇ। ਜਦੋਂ ਡਿਫਰੈਂਟ ਆਈਟਮਸ ਹੋਣਗੀਆਂ ਤਾਂ ਉਸ ਟਾਈਮ 'ਤੇ ਅਸੀਂ ਸੈਂਪਲਿੰਗ ਮੈਥਡ ਨੂੰ ਅਪਲਾਈ ਨਹੀਂ ਕਰ ਸਕਦੇ। ਜਦੋਂ ਬਹੁਤ ਜ਼ਿਆਦਾ ਡਿਫਰੈਂਟ ਫੀਚਰਸ ਪਾਈਆਂ ਜਾਣਗੀਆਂ, ਬਹੁਤ ਜ਼ਿਆਦਾ ਡਿਫਰੈਂਟ ਫੀਚਰਸ ਨੇ ਤਾਂ ਸਾਨੂੰ ਸੈਂਪਲ ਵੀ ਉਨੇ ਹੀ ਵੱਧ ਚੂਜ਼ ਕਰਨੇ ਪੈਣੇ ਨੇ। ਉਨੇ ਵੱਧ ਸੈਂਪਲ ਚੂਜ਼ ਕਰਾਂਗੇ ਤਾਂ ਸਾਡੀ ਇਨਵੈਸਟੀਗੇਸ਼ਨ ਵੀ ਲਾਰਜ ਹੋਈ ਜਾਊਗੀ। ਇਸ ਕਰਕੇ ਜਦੋਂ ਬਹੁਤ ਜ਼ਿਆਦਾ ਡਿਫਰੈਂਟ ਆਈਟਮਸ ਨੇ ਤਾਂ ਅਸੀਂ ਸੈਂਪਲਿੰਗ ਮੈਥਡ ਨੂੰ ਚੂਜ਼ ਕਰਨ ਨੂੰ ਅਵੋਇਡ ਕਰਾਂਗੇ। ਓਕੇ।